वाकई सोशल चेंज मुमकिन है फिल्म के जरिए या नहीं, और अगर हो सकता है तो किस तरह होएगा? फवाद ਜਿਹੜਾ ਨਾ ਰੈਫਰੈਂਸ ਜਿਹੜਾ ਦਿੱਤਾ ਸੀ ਉਹ ਰਸ਼ੀਆ ਦਾ ਇਨਕਲਾਬੀ ਲੀਡਰ ਲੈਨਨ ਜਿਹਦੇ ਬਾਰੇ ਹਜ਼ਰਤ ਅਲਾਮਾ ਨੇ बड़ी मशहूर नज़म लिखी, ऐ अनफुसो आफाक में पैदा तेरे आयात, हक ये है कि है जिंदा वो पाइंदा तेरी जात। और उसके किड़े खूबसूरत कैसे कैसे अच्छे उस नज़म के शेर ने जिन्हें नहीं पढ़ी और लेनन खुदा के हजूर में ये बारे जबरील की नज़म है वो जरूर पढ़े। सो इस कदर वो अजीम आदमी सी लेनन के ਉਹਨੂੰ ਖਰਾਜ ਤਹਿਸੀਨ ਜਾਂ ਉਹਦਾ ਨਾਮ ਲੈ ਕੇ ਖੂਬਸੂਰਤ ਇੱਕ ਲਾਜ਼ਵਾਲ ਨਜ਼ਮ ਇਕਬਾਲ ਜੇ ਸ਼ਾਇਰ ਨੇ ਉਹ ਜਨਾਬ ਲਿਖੀ। ਉਹ ਇਹਦੇ ਵਿੱਚ ਇਹ ਨਾ ਬੜਾ ਮਸ਼ਹੂਰ है दिल के लिए मौत मशीनों की हुकूमत, एहसास मुरव्वत को कुचल देते हैं आलात, तू कादिर व आदिल है मगर तेरे जहां में है तर्क बहुत बनता है मजदूर के औकात। ऐसी ऐसी खूबसूरत शायरी जी है वो लेनन के नाम से लेनन खुदा के हजूर में वो लेनन वो वाला बंदा सी जिहदे बारे अलामा साहब ने लिखा। लेनन ने ये आख्या ਉਹ ਤੁਹਾਨੂੰ ਪਤਾ ਕਿ ਇਨਕਲਾਬੇ ਰੂਸ ਜਿਹੜਾ 1917 ਵਿੱਚ ਆਇਆ ਸੀ ਉਹਦੇ ਵਿੱਚ ਲੈਨਨ ਦਾ ਕਿਹਦਾ ਕਿਰਦਾਰ ਸੀ, ਠੀਕ ਹੈ। ਉਹ ਫਿਕਰੀ ਤਰਬੀਅਤ ਕਰ ਰਿਹਾ ਸੀ ਆਪਣੇ ਲੋਕਾਂ ਦੀ, ਸਿਆਸੀ ਤਰਬੀਅਤ ਕਰ ਰਿਹਾ ਸੀ ਆਪਣੇ ਲੋਕਾਂ ਦੇ ਰਸ਼ੀਅਨ ਸੀ। ਉਹਨੇ ਆਖਿਆ ਕਿ ਰੂਸ ਜਿਸ ਤਰ੍ਹਾਂ ਦਾ ਮੁਆਸ਼ਰਾ ਹੈ ਉਹ ਜਗੀਰਦਾਰਾਂ ਦੇ ਹੱਥਾਂ ਜਕੜੇ ਕੀ ਖਿਆਲ ਹੈ ਜਿਹਨਾਂ ਨੂੰ ਪੜ੍ਹਨਾ ਹੀ ਨਹੀਂ ਆਉਂਦਾ। ਉਹ ਗੋਰਕੀ ਨਾਵਲ ਗੋਰਕੇ ਦੇ ਨਾਵਲ ਤੇ ਪੜ੍ਹਨਾ ਪੁਜਾ ਉਹ ਅਖਬਾਰ ਹੀ ਨਹੀਂ ਪੜ੍ਹ ਸਕਦੇ, ਤੇ ਫਿਰ ਉਹਨਾਂ ਦੇ ਵਾਸਤੇ ਕਿਹੜਾ ਮੀਡੀਅਮ ਹੋਣਾ ਚਾਹੀਦਾ। ਫਿਰ ਉਹਨੇ ਆਖਿਆ ਕਿ ਹਾਂ ਇੱਕ ਮੀਡੀਅਮ ਐਸਾ ਹੈ ਜਿਹੜਾ ਕਿਸੇ ਵੀ ਤਕਰੀਰ ਤੋਂ ਕਿਸੇ ਵੀ ਆਵਾਜ਼ ਤੋਂ ਕਿਸੇ ਅਖਬਾਰ ਤੋਂ ਕਿਸੇ ਨਾਵਲ ਤੋਂ ਪਾਵਰਫੁਲ ਹੈ, ਔਰ ਉਹ ਹੈ ਫਿਲਮ ਦਾ ਮੀਡੀਅਮ। ਉਹਨੇ ਕਿਹਾ ਕਿ ਜਦੋਂ ਤੁਸੀਂ ਫਿਲਮ ਇੱਕ ਖਾਸ ਮੌਜੂ ਤੇ ਲਾ ਦਿੰਦੇ ਹੋ, ਨਾਲੇ ਫਿਲਮ ਦਾ ਇੱਕ ਖਾਸ ਮਜ਼ਮੂਨ ਹੁੰਦਾ ਨਾ, ਮੌਜੂ ਹੁੰਦਾ, ਕਿਸੇ ਚੀਜ਼ ਤੇ ਬਣੀ ਹੁੰਦੀ, ਕਿਸੇ ਚੀਜ਼ ਨੂੰ ਡਿਸਕਸ ਕਰ ਰਹੀ ਹੁੰਦੀ। ਜਿਸ ਤਰ੍ਹਾਂ ਐਕਟਰ ਇਨ ਲਾ ਸਾਡੇ ਜਦੀਦ ਪਾਕਿਸਤਾਨ ਦੇ ਮਸਾਇਲ ਜਿਹਦੇ ਵਿੱਚ ਲੋਡ ਸ਼ੈਡਿੰਗ ਸਭ ਤੋਂ ਮੇਨ ਹੈ, ਉਹਦੇ ਤੇ ਬਣੀ ਹੋਈ ਹੈ ਨਾ। ਤੇ ਇਸ ਤਰ੍ਹਾਂ ਉਹਨੇ ਕਿਹਾ ਕਿ ਜਿਹੜੇ ਉਹ ਵਾਲੇ ਮੌਜੂਆਤ ਜਿਹੜੇ ਆਵਾਮ ਦੇ ਨਾਲ ਡਾਇਰੈਕਟਲੀ ਰਿਲੇਟਡ ਨੇ ਉਹਨਾਂ ਦੇ ਉੱਤੇ ਫਿਲਮਾਂ ਬਣਾਈਆਂ ਜਾਣ, ਸਿਨੇਮਾ ਦੇ ਵਿੱਚ ਉਹ ਰਿਲੀਜ਼ ਕੀਤੀਆਂ ਜਾਣ ਤਾਂ ਕਿ ਲੋਕੀ ਭਰ ਕੇ ਉਹਨਾਂ ਨੂੰ ਮੈਸੇਜ ਲੈ ਕੇ ਜਾਣ। ਅੱਛਾ ਫਵਾਦ ਸਾਹਿਬ ਹੁਣ ਸਵਾਲ ਹੈ ਕਿ ਚਲੋ ਥਿਓਰੈਟਿਕਲੀ ਤੇ ਉਹਨੇ ਕਿਹਾ, ਪ੍ਰੈਕਟੀਕਲੀ ਵੀ ਕਿਹਾ ਐਸਾ ਹੋਇਆ। ਉਹਦੀ ਇੱਕ ਦੋ ਮਿਸਾਲਾਂ ਬੜੀਆਂ ਵੱਡੀਆਂ ਨੇ। ਤਾਰਿਕ ਇਸਮਾਇਲ ਸਾਗਰ ਸਾਹਿਬ ਨੇ ਆਪਣਾ ਇੱਕ ਨਾਵਲ ਹੈ ਉਹਦੇ 'ਚ ਲਿਖਿਆ, ਨਾਵਲ ਹੈ ਕਮਾਂਡੋ। ਉਹਦੇ 'ਚ ਉਹਨੇ ਇੱਕ ਰੈਫਰੈਂਸ ਦਿੱਤਾ, ਉਹਨੇ ਕਿਹਾ ਕਿ ਜਦੋਂ ਬੰਗਲਾਦੇਸ਼ ਬਣ ਰਿਹਾ ਸੀ ਮਸ਼ਰਕੀ ਪਾਕਿਸਤਾਨ ਵਾਲੇ ਮਾਮਲਾਤ ਸਨ ਤੇ ਬੰਗਾਲੀ ਫਿਲਮ ਮੇਕਰ ਨੇ ਇੱਕ ਪਾਕਿਸਤਾਨੀਆਂ ਦੇ ਖਿਲਾਫ ਇੱਕ ਫਿਲਮ ਬਣਾਈ ਔਰ ਉਹਨੂੰ ਰਿਲੀਜ਼ ਕੀਤੀ। ਹੁਣ ਉਹਨਾਂ ਨੇ ਉਸ ਕਰੈਕਟਰ ਦੀ ਜ਼ੁਬਾਨੀ ਜਿਹੜਾ ਕਿ ਉੱਥੇ ਜਾ ਕੇ ਉਹ ਕਰ ਰਿਹਾ ਸੀ, ਫਾਈਟ ਕਰ ਰਿਹਾ ਸੀ ਪਾਕਿਸਤਾਨ ਨੂੰ ਬਚਾਉਣ ਵਾਸਤੇ, ਠੀਕ ਹੈ ਨਾ, ਉਹਦੀ ਜ਼ੁਬਾਨੀ ਇਹ ਕਿਹਾ ਕਿ ਜਿੰਨਾ ਨੁਕਸਾਨ ਉਸ ਫਿਲਮ ਮੇਕਰ ਦੀ ਬੰਗਾਲੀ ਫਿਲਮ ਨੇ ਸਾਡੇ ਕੌਜ਼ ਨੂੰ ਪਹੁੰਚਾਇਆ, ਮਗਰਬੀ ਪਾਕਿਸਤਾਨ ਦੇ ਕੌਜ਼ ਨੂੰ ਪਹੁੰਚਾਇਆ, ਉਹਨਾਂ ਸ਼ਾਇਦ ਫੌਜ ਵੀ ਨਹੀਂ ਸੀ ਕਰ ਸਕਦੀ। ਕਿਉਂਕਿ ਕਹਿੰਦਾ ਕਿ ਲੋਕੀ ਭਰ ਕੇ ਸਿਨੇਮੇ 'ਚ ਹੁੰਦੇ ਸਨ, ਬਾਹਰ ਜਾਂਦੇ ਸਨ ਤੇ ਲੋਕਾਂ ਦੇ ਦਿਲਾਂ 'ਚ ਨਫ਼ਰਤ ਦੇ ਲਾਵੇ ਉਬਲਦੇ ਹੁੰਦੇ ਸਨ। ਤੇ ਕਿਉਂ ਹੁੰਦਾ ਐਸਾ ਫਵਾਦ ਸਾਹਿਬ? 1000 ਟਾਕ ਸ਼ੋ ਇੱਕ ਪਾਸੇ ਤੇ 3 ਘੰਟੇ ਦੀ ਫਿਲਮ ਇੱਕ ਪਾਸੇ। ਵਜ੍ਹਾ ਇਹ ਵੇ ਕਿ ਟਾਕ ਸ਼ੋ ਸਿਰਫ ਤੁਹਾਡੀ ਇੰਟੈਲੈਕਚੁਅਲ ਜਿਹੜੀ ਫੈਕਲਟੀ ਹੈ ਨਾ ਉਹਨੂੰ ਉਹ ਇਗਨਾਈਟ ਕਰੇਗਾ, ਤੁਹਾਡੀ ਸੈਂਸੇਸ਼ਨ ਤੁਹਾਡੇ ਇਮੋਸ਼ਨਸ ਨੂੰ ਸ਼ਾਇਦ ਉਹ ਇਸ ਤਰ੍ਹਾਂ ਅੰਗੇਜ ਨਾ ਕਰੇ। ਬਿਲਕੁਲ ਸਹੀ। ਲੇਕਿਨ ਜਦੋਂ ਤੁਸੀਂ ਸਿਨੇਮੇ ਚਲੇ ਜਾਓਗੇ ਇੱਕ ਤੇ ਹਿਪਨੋਟਾਈਜ਼ਡ ਮਾਹੌਲ, ਹਨੇਰਾ ਹੈ, ਠੀਕ ਹੈ, ਐਡੀ ਵੱਡੀ ਸਕਰੀਨ ਹੈ ਔਰ ਡਾਇਰੈਕਟ ਤੁਹਾਡਾ ਉਸ ਇੰਝ ਲੱਗਦਾ ਕਿ ਸਭ ਕਿਰਦਾਰ ਜਿਹੜੇ ਨੇ ਉਹ ਤੁਹਾਡੇ ਨਾਲ ਮੁਕਾਲਮਾ ਕਰ ਰਹੇ ਨੇ, ਕਿਉਂਕਿ ਉੱਥੇ ਬਾਕੀ ਜੋ ਵੀ ਚੀਜ਼ਾਂ ਨੇ ਐਬਸੈਂਟ ਹੋ ਜਾਂਦੀਆਂ ਨੇ। ਤੁਹਾਡੇ ਨਾਲ ਬੈਠਾ ਸਕੇ ਭੈਣ ਭਰਾ ਉਹ ਉਸ ਵਕਤ ਮੌਜੂਦ ਨਹੀਂ ਹੁੰਦੇ ਜਦੋਂ ਫਿਲਮ ਦਾ ਕਰੈਕਟਰ ਆਪਣਾ ਕੋਈ ਡਾਇਲੌਗ ਡਿਲੀਵਰ ਕਰ ਰਿਹਾ ਜਾਂ ਕੋਈ ਸਿਚੁਏਸ਼ਨ ਚੱਲ ਰਹੀ ਹੈ। ਅੱਛਾ ਉਹ ਜਿਹੀ ਹਿਪਨੋਟਿਕ ਮਾਹੌਲ ਦੇ ਵਿੱਚ ਜਦੋਂ ਤੁਸੀਂ ਲੋਕਾਂ ਦੇ ਜਜ਼ਬਾਤ ਵੀ ਅੰਗੇਜ ਕਰ ਲਓਗੇ ਔਰ ਉਹ ਜਜ਼ਬਾਤ ਅੰਗੇਜ ਜਾਂ ਹਾਈਜੈਕ ਕਰ ਲੈਣ ਤੋਂ ਬਾਅਦ ਆਪਣਾ ਮੈਸੇਜ ਪਹੁੰਚਾਓਗੇ ਤੇ ਫਵਾਦ ਸਾਹਿਬ ਸੋਚੋ ਉਹਦੀ ਤਾਕਤ ਕੀ ਹੋਏਗੀ। यानी ਤੁਹਾਡੇ ਇੰਟੈਲੈਕਚੁਅਲ ਜਿਹੜਾ ਫੈਕਲਟੀ ਹੈ ਉਸ ਤੱਕ ਜੋ ਕੰਟੈਂਟ ਪਹੁੰਚਾਣਾ ਹੈ ਉਹਨੂੰ ਕੈਪਸੂਲ ਕਰਨਾ ਹੈ ਜਜ਼ਬਾਤ ਦੇ ਵਿੱਚ, ਉਹਨੂੰ ਸ਼ੂਗਰ ਕੋਟਡ ਗੋਲੀ ਖਵਾਣੀ ਹੈ ਆਪਣੀ ਰਾਏ ਦੀ ਨਾ, ਆਪਣਾ ਕੰਟੈਂਟ ਹੈ ਤੁਹਾਡੀ ਰਾਏ ਵੇਖ ਤੁਸੀਂ ਉਹ ਰਾਏ ਜਿਹੜੀ ਹੈ ਟਾਕ ਸ਼ੋ ਦੇ ਜ਼ਰੀਏ ਵੀ ਦੇ ਸਕਦੇ ਹੋ, ਕਾਲਮ ਦੇ ਜ਼ਰੀਏ ਵੀ ਦੇ ਸਕਦੇ ਹੋ, ਰੇਡੀਓ ਦੇ ਪ੍ਰੋਗਰਾਮ ਦੇ ਜ਼ਰੀਏ ਵੀ ਦੇ ਸਕਦੇ ਹੋ। ਰੇਡੀਓ ਦੇ ਪ੍ਰੋਗਰਾਮ ਤੁਸੀਂ ਜਜ਼ਬਾਤ ਕਿਸ ਤਰ੍ਹਾਂ ਪਾਓਗੇ ਤਾਂ ਵਕਤ ਇਹ ਕਿ ਰੇਡੀਓ ਡਰਾਮਾ ਹੋਵੇ, ਅਖਬਾਰ 'ਚ ਤੁਸੀਂ ਜਜ਼ਬਾਤ ਕਿਸ ਤਰ੍ਹਾਂ ਪਾਓਗੇ, ਕਾਲਮ ਦੇ ਸਿਰਫ ਉਹ ਤੁਹਾਡਾ ਕਦੀ ਉਹ ਥੋੜੀ ਜਿਹੀ ਅਹਿਸਾਸ ਲਤਾਫਤ ਨੂੰ ਜ਼ਿਆਦਾਤਰ ਉਹ ਦਿਮਾਗ ਨੂੰ ਮੁਤਾਸਰ ਕਰ ਰਿਹਾ ਹੁੰਦਾ, ਅਪੀਲ ਕਰ ਰਿਹਾ ਹੁੰਦਾ ਨਾ, ਇੰਟੈਲੈਕਚੁਅਲ ਫੈਕਲਟੀ ਨੂੰ ਅਪੀਲ ਕਰ ਰਿਹਾ ਹੁੰਦਾ। ਲੇਕਿਨ ਫਿਲਮ ਫਵਾਦ ਸਾਹਿਬ ਇੱਕ ਐਸੀ ਚੀਜ਼ ਹੈ ਜਿਹੜੀ ਸਾਈਮਲਟੇਨੀਅਸਲੀ ਅਹਿਸਾਸ ਨੂੰ और अकल दोनों ਨੂੰ मुतासर कर सारी तारीख तो दस रही है कि सोशल चेंज बहुत बड़ा लेके आई और इस कदर ज्यादा चेंज फिर जियोग्राफिकल चेंज बन गया हुआ। बिल्कुल फवाद साहब रशिया ਦੇ ਵਿੱਚ ਇਨਕਲਾਬ, ਬੰਗਲਾਦੇਸ਼ ਦੇ ਵਿੱਚ ਇਨਕਲਾਬ, ਉਹ ਬੰਗਲਾਦੇਸ਼ ਦਾ ਮਾਮਲਾਤ, ਬਲਕਿ ਤੁਹਾਨੂੰ ਪਤਾ ਵਾਰ ਜਦੋਂ ਰਿਲੀਜ਼ ਹੋਈ ਸੀ ਤੇ ਪਾਕਿਸਤਾਨ ਦੇ ਵਿੱਚ ਬੜਾ ਉਹ ਦਹਿਸ਼ਤਗਰਦੀ ਔਰ ਵਗੈਰਾ ਸੀ ਤੇ ਲੋਕੀ ਕਿਸ ਤਰ੍ਹਾਂ ਮਤਲਬ ਦੇ ਸਟਾਰਮ ਟੂ ਦ ਸਿਨੇਮਾ ਹਾਊਸ ਐਂਡ ਜੋਕ ਜਾ ਰਹੇ ਨੇ, ਕਿਉਂਕਿ ਉਹ ਜਿਹੜਾ ਨੈਰੇਟਿਵ
ਸਿਨੇਮੇ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿਸ ਕੈਪਸੂਲ ਦੇ ਵਿੱਚ, ਜਜ਼ਬਾਤ ਦੇ ਕੈਪਸੂਲ ਦੇ ਵਿੱਚ, ਡਰਾਮੇ ਦੇ ਕੈਪਸੂਲ ਦੇ ਵਿੱਚ, ਜਿਹਦੇ ਵਿੱਚ ਤੁਹਾਡੇ ਮੁਸਲਸਲ ਉਹ ਜੋ ਅਲੀ ਅਜ਼ਮਤ ਜਿਹੜਾ ਸਿਆਸਤਦਾਨ ਬਣਿਆ, ਜਿਹੜਾ ਡੈਮ ਬਣਾਉਣਾ ਚਾਹੁੰਦਾ ਤਾਂ ਕਿ ਪਾਕਿਸਤਾਨ ਦੀ ਲੋਡ ਸ਼ੈਡਿੰਗ ਮੁੱਕੇ, ਉਹਨੂੰ ਸ਼ਮੂਨ ਅਬਾਸੀ ਆ ਕੇ ਕਤਲ ਕਰਵਾ ਦਿੰਦਾ ਤੇ ਅਸੀਂ ਲੋਕਾਂ ਨੂੰ ਹਿਚਕੀਆਂ ਲੈ ਕੇ ਰੋਂਦਿਆਂ ਵੇਖਿਆ। ਬਿਲਕੁਲ ਸਹੀ। ਹਾਲਾਂਕਿ ਸ਼ਮੂਨ ਅਬਾਸੀ ਵੀ ਕਿਰਦਾਰ ਕਰ ਰੋਲ ਕਰ ਰਿਹਾ, ਕੋਈ ਰੀਅਲ ਜ਼ਿੰਦਗੀ 'ਚ ਨਹੀਂ, ਅਲੀ ਅਜ਼ਮਤ ਵੀ ਕਰੈਕਟਲੀ ਕਰ ਰਿਹਾ, ਕੋਈ ਰੀਅਲ ਜ਼ਿੰਦਗੀ 'ਚ ਨਹੀਂ, ਲੇਕਿਨ ਲੋਕਾਂ ਦੇ ਦਿਲ 'ਚ ਐਸੀ ਜਾ ਕੇ ਠਾ ਕਰਕੇ ਲੱਗੀ ਕਿ ਦੁਸ਼ਮਣ ਜਿਹੜੇ ਨੇ ਉਹ ਸਾਡੇ ਨਾਲ ਕਿਹੜਾ ਖਿਲਵਾੜ ਕਰ ਰਹੇ ਨੇ। ਉਹਨਾਂ ਨੇ ਉਸ ਫਿਲਮ ਦੇ ਰਾਹੀਂ ਦੁਸ਼ਮਣ ਨੂੰ ਆਈਡੈਂਟੀਫਾਈ ਕੀਤਾ। This is the power of cinema. This is the magic of cinema. This is why ਇਹ ਆਖਿਆ ਜਾਂਦਾ ਹੈ ਕਿ ਸਭ ਤੋਂ ਵੱਡਾ ਸੋਸ਼ਲ ਚੇਂਜ ਏਜੰਟ ਜਿਹੜਾ ਉਹ ਸਿਨੇਮਾ ਹੈ। ਔਰ ਮੈਂ ਲੈਨਨ ਸਾਹਿਬ ਦੀ ਇਸ ਗੱਲ ਨੂੰ, ਬਹੁਤ ਸਾਰੀਆਂ ਉਹਨਾਂ ਦੀ ਇਸ ਗੱਲ ਨੂੰ 100 ਸਾਲ ਹੋ ਗਏ ਫਵਾਦ ਸਾਹਿਬ, ਸ਼ਾਇਦ 100 ਸਾਲ ਤੋਂ ਜ਼ਿਆਦਾ ਹੋ ਗਏ ਹੁਣ, ਤੇ ਮੈਂ ਉਸ ਗੱਲ ਨੂੰ ਬਿਲਕੁਲ ਸੈਕਿੰਡ ਕਰ ਰਿਹਾ। ਮੈਂ ਆਪਣੀ ਅੱਖਾਂ ਨਾਲ ਵੇਖਿਆ, ਮੌਲਾ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰ ਸਕਦਾ। 1979 'ਚ ਵੀ ਹੋਈ ਫਵਾਦ ਸਾਹਿਬ। ਅੱਜ ਤੱਕ ਉਹਦੀ ਤਾਕਤ ਹੈ, ਅੱਜ ਤੱਕ ਉਹਦੀ ਗੂੰਜ ਹੈ। ਬਿਲਕੁਲ ਠੀਕ ਹੈ ਮਾਨ ਸਾਹਿਬ, ਬੜੀ ਅੱਛੀ ਤੁਸੀਂ ਗੱਲ ਕੀਤੀ ਹੈ ਸੋਸ਼ਲ ਚੇਂਜ ਦੇ ਹਵਾਲੇ ਨਾਲ। ਮੈਂ ਇਸ ਗੱਲ